सत श्री अकाल जी। मैं सरदारनी परमिंदर कौर अज मैं आप जी दे नाल अपनी ही एक लिखी हुई कहानी सांझी करन जा रही हाँ, जिसका सिरलेख है परम। भजनों एक सुलझी हुई औरत बहुत ही हिम्मती सी, जिसने अपने पति दे जान मगरों अपने मुंडियां नूं पढ़ा लिखा के चंगियां नौकरियां ते लगवाया। उन्हां दे विआह कीते ते अपनियां सारियां जिम्मेदारियां नूं बहुत ही चंगी तरह निभाया। अज लुधियाने आई सी। काफ़ी दिनों तो उसकी सेहत खराब सी। उसका ब्लड प्रैशर वधन नाल दिल की धड़कन वध जाती सी ते नाल ही उसनूं शुगर की भी बीमारी सी। वो उन्हां दोनों तो ही बहुत परेशान सी। उसने जिस डॉक्टर कोलों दवाई लैनी सी वो शहर तो बाहर किसी जरूरी काम लई गया होया सी। वो घर वापस जाण लई बस अड्डे ते खड़ी बस की उड़ीक कर रही सी ते इंतजार करदी करदी नूं दो औरतां उसदे कोल आईयां ते आके उसनूं घुੱਟ के जफ्फी पा लई। भजनों नूं देर नाल ही पछाण आई। ਉਹ ਉਸਦੇ ਪੇਕੇ ਪਿੰਡ ਰਹਿਣ ਵਾਲੀਆਂ ਉਸਦੀਆਂ ਸਹੇਲੀਆਂ ਜੀਤੋ ਤੇ ਪ੍ਰੀਤਮ ਸਨ। ਕਈ ਸਾਲਾਂ ਮਗਰੋਂ ਮਿਲਣ ਕਰਕੇ ਉਸਨੂੰ ਉਹਨਾਂ ਦੀ ਪਹਿਚਾਣ ਨਹੀਂ ਸੀ ਆਈ। ਭਜਨੋਂ ਜੀਤੋ ਤੇ ਪ੍ਰੀਤਮ ਤੋਂ ਉਸਦੇ ਘਰ ਦੀ ਸੁੱਖ ਸਾਂਦ ਪੁੱਛਣ ਲੱਗੀ ਤੇ ਨਾਲ ਹੀ ਉਸਨੇ ਪੁੱਛਿਆ ਕਿ ਕੀ ਉਸਨੇ ਬੱਚਿਆਂ ਦੇ ਵਿਆਹ ਕਰ ਦਿੱਤੇ ਹਨ ਤੇ ਉਹਨਾਂ ਦੋਨਾਂ ਦਾ ਜਵਾਬ ਸੀ ਕਿ ਹਾਂ, ਉਹਨਾਂ ਨੇ ਮੁੰਡੇ ਵਿਆਹ ਲਏ ਨੇ। ਤੇ ਫਿਰ ਇਸਨੇ ਪੁੱਛਿਆ ਕਿ ਨੋਹਾਂ ਦਾ ਸੁਭਾਅ ਕਿੱਦਾਂ ਦਾ ਹੈ ਤੇ ਫਿਰ ਦੋਨਾਂ ਦਾ ਇੱਕੋ ਹੀ ਜਵਾਬ ਸੀ ਕਿ ਨੀ ਬਸ ਕਰ ਭੈਣੇ, ਕਿਉਂ ਜ਼ਖਮਾਂ ਤੇ ਲੂਣ ਛਿੜਕਦੀ ਹੈ। ਉਹ ਕੀ ਦੱਸਾਂ ਭਜਨੋਂ, ਮੇਰੇ ਕਰਮਾਂ ਵਿੱਚ ਤਾਂ ਸੁੱਖ ਹੈ ਹੀ ਨਹੀਂ। ਪਹਿਲਾਂ ਘਰ ਵਾਲਾ ਮੈਨੂੰ ਛੱਡ ਕੇ ਗੋਰੀ ਨਾਲ ਵਿਆਹ ਕਰਵਾ ਕੇ ਕੈਨੇਡਾ ਹੀ ਰਹਿ ਗਿਆ। ਹੁਣ ਸੋਚਿਆ ਸੀ ਬੱਚੇ ਦੇ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂਗੀ, ਪਰ ਕਿੱਥੇ। ਰੱਬ ਨੇ ਘਰ ਵਿੱਚ ਅਜਿਹੀ ਕਲੇਸ਼ੀ ਨੂੰ ਘੱਲ ਦਿੱਤੀ ਜਿਹੜੀ ਨਿੱਕੀ ਨਿੱਕੀ ਗੱਲ ਤੇ ਕਲੇਸ਼ ਕਰਦੀ ਹੈ। ਉਹਨੇ ਤਾਂ ਮੇਰਾ ਜੀਣਾ ਮੁਹਾਲ ਕੀਤਾ ਪਿਆ ਹੈ। ਮੁੰਡਾ ਵੀ ਉਹਦੇ ਮੂਹਰੇ ਚੂਕਦਾ ਨਹੀਂ। ਹੁਣ ਵੀ ਭੈਣ ਦੀ ਬਿਮਾਰੀ ਦਾ ਬਹਾਨਾ ਲਾ ਕੇ ਸਤਸੰਗ ਸੁਣਨ ਆਈ ਸੀ। ਐਸੀ ਕਲਯੁਗੀ ਨੂੰ ਮਿਲੀ ਹੈ ਨਾ ਕਿ ਬਸ ਪੁੱਛ ਨਾ। ਐਨੇ ਨੂੰ ਪ੍ਰੀਤਮ ਬੋਲੀ, ਉਹ ਨਾ ਭੈਣ ਜੀਤੋ, ਤੇਰੇ ਵਾਲੀ ਤੈਨੂੰ ਘੱਟੋ ਘੱਟ ਰੋਟੀ ਟੁੱਕ ਤਾਂ ਦਿੰਦੀ ਹੈ ਨਾ। ਮੇਰੀ ਨੂੰਹ ਤਾਂ ਮੈਨੂੰ ਕਹਿ ਦਿੰਦੀ ਹੈ ਜੇ ਰੋਟੀ ਖਾਣੀ ਹੈ ਤੇ ਘਰ ਦਾ ਕੰਮ ਤਾਂ ਕਰਨਾ ਹੀ ਪੈਣਾ। ਜਦੋਂ ਤੋਂ ਸਿਰ ਦਾ ਸਾਈਂ ਤੁਰ ਗਿਆ ਮੇਰੀ ਤਾਂ ਜੂਨ ਹੀ ਵਿਗੜ ਗਈ। ਪਹਿਲਾਂ ਆਪਦੇ ਬਾਪੂ ਦੇ ਡਰ ਨਾਲ ਦੋਵੇਂ ਹੀ ਕਦੇ ਨਹੀਂ ਸੀ ਕੁਸਕਦੇ, ਪਰ ਹੁਣ ਤਾਂ ਮੇਰੇ ਨਾਲ ਵਾਰੇ ਸਾਰੇ ਲੈਂਦੇ ਨੇ। ਹੋਰ ਤਾਂ ਹੋਰ, ਮੈਂ ਆਪਣੀ ਦਵਾਈ ਬੂਟੀ ਲਈ ਵੀ ਪੈਸੇ ਨਹੀਂ ਮੰਗ ਸਕਦੀ। ਇਹ ਕਹਿ ਕੇ ਦੋਵਾਂ ਨੇ ਆਪਣੇ ਹੋਕਿਆਂ ਨੂੰ ਹਿੱਕੜੀ ਵਿੱਚ ਦੱਬ ਹੀ ਲਿਆ। ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਦਾ ਦੁੱਖ ਤੇ ਪਰੇਸ਼ਾਨੀ ਸਾਫ਼ ਝਲਕ ਰਹੀ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਭਜਨੋਂ ਬਹੁਤ ਦੁਖੀ ਹੋਈ ਤੇ ਬਹੁਤ ਹੈਰਾਨੀ ਵੀ ਹੋ ਰਹੀ ਸੀ ਉਹਨੂੰ ਕਿ ਇੱਦਾਂ ਦੀਆਂ ਵੀ ਨੋਹਾਂ ਹੁੰਦੀਆਂ ਨੇ, ਕਿਉਂਕਿ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੁਸ਼ਨਸੀਬ ਵੀ ਸਮਝ ਰਹੀ ਸੀ ਕਿ ਉਸਦੇ ਪਰਿਵਾਰ ਉੱਤੇ ਰੱਬ ਦੀ ਇੰਨੀ ਮਿਹਰ ਹੈ ਜੋ ਉਸਦੀਆਂ ਦੋਵੇਂ ਨੋਹਾਂ ਉਸਦੇ ਕਹਿਣੇ ਵਿੱਚ ਹਨ ਤੇ ਉਸਨੂੰ ਬਹੁਤ ਪਿਆਰ ਕਰਦੀਆਂ ਹਨ। ਭਜਨੋਂ ਅਜੇ ਵੀ ਇਹਨਾਂ ਖਿਆਲਾਂ ਵਿੱਚ ਡੁੱਬੀ ਹੋਈ ਸੀ ਤੇ ਜਦ ਨੂੰ ਰੱਤੋਵਾਲ ਜਾਣ ਵਾਲੀ ਬੱਸ ਆ ਗਈ। ਉਹ ਤਿੰਨੋਂ ਹੀ ਬੱਸ ਤੇ ਚੜ੍ਹ ਗਈਆਂ। ਫਿਰ ਜੀਤੋ ਨੇ ਭਜਨੋਂ ਨੂੰ ਉਸਦੀਆਂ ਨੋਹਾਂ ਬਾਰੇ ਪੁੱਛਿਆ। ਭਜਨੋਂ ਨੇ ਕਿਹਾ, ਮੇਰੀਆਂ ਨੋਹਾਂ ਤਾਂ ਬਹੁਤ ਹੀ ਚੰਗੀਆਂ ਤੇ ਸਮਝਦਾਰ ਨੇ। ਮੇਰਾ ਬਹੁਤ ਹੀ ਖਿਆਲ ਰੱਖਦੀਆਂ ਨੇ। ਮੇਰੇ ਪੋਤੇ ਪੋਤੀਆਂ ਵੀ ਮੇਰੇ ਤੋਂ ਬਿਨਾਂ ਨਹੀਂ ਰਹਿੰਦੇ। ਭਜਨੋਂ ਜਦੋਂ ਆਪਣੇ ਪਰਿਵਾਰ ਬਾਰੇ ਦੱਸ ਰਹੀ ਸੀ ਤਾਂ ਉਸਦੇ ਚਿਹਰੇ ਤੇ ਇੱਕ ਅਲੱਗ ਜਿਹੀ ਹੀ ਚਮਕ ਸੀ। ਇਹ ਚਮਕ ਖੁਸ਼ਕਿਸਮਤੀ ਤੇ ਮਾਣ ਵਾਲੀ ਸੀ। ਫਿਰ ਬਸ ਭਜਨੋਂ ਜਿਉਂ ਆਪਣੇ ਪਰਿਵਾਰ ਦੀਆਂ ਸਿਫਤਾਂ ਕਰਨ ਲੱਗੀ ਕਿ ਜੀਤੋ ਤੇ ਪ੍ਰੀਤਮ ਸੁਣਦੀਆਂ ਹੀ ਰਹਿ ਗਈਆਂ। ਭਜਨੋਂ ਕਹਿੰਦੀ, ਹੁਣ ਕੀ ਦੱਸਾਂ ਮੈਂ ਤੁਹਾਨੂੰ, ਮੇਰੇ ਨੂੰਹ ਪੁੱਤ ਤਾਂ ਸਵੇਰੇ ਉੱਠਣ ਸਾਰ ਮੇਰੇ ਹੱਥ ਦੀ ਚਾਹ ਪੀਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਮੇਰੇ ਹੱਥ ਦੀ ਚਾਹ ਪੀਂਦੇ ਨੇ ਤੇ ਉਹਨਾਂ ਦਾ ਸਾਰਾ ਦਿਨ ਹੀ ਬਹੁਤ ਸੋਹਣਾ ਨਿਕਲਦਾ ਹੈ। ਹੋਰ ਤਾਂ ਹੋਰ, ਮੇਰੀਆਂ ਨੋਹਾਂ ਤੇ ਪੋਤੇ ਪੋਤੀਆਂ ਸਾਰਾ ਦਿਨ ਹੀ ਮੇਰੇ ਕੋਲ ਕਮਰੇ ਵਿੱਚ ਹੀ ਰਹਿੰਦੇ ਨੇ। ਰਾਤ ਨੂੰ ਨਿਆਣੇ ਵੀ ਮੇਥੋਂ ਕਹਾਣੀ ਸੁਣੇ ਬਿਨਾਂ ਨਹੀਂ ਸੌਂਦੇ। ਘਰ ਲਈ ਜਿਹੜੀ ਵੀ ਸਬਜ਼ੀ ਲਿਆਵਾਂ ਮੈਂ ਹੀ ਲੈ ਕੇ ਆਉਂਦੀ ਹਾਂ ਤੇ ਉਹੀ ਬਣਦੀ ਹੈ। ਕਦੇ ਮੱਥੇ ਵੱਟ ਨਹੀਂ ਪਾਉਂਦੀਆਂ ਕਿ ਇਹ ਨਹੀਂ ਬਣਾਉਣਾ, ਉਹ ਨਹੀਂ ਬਣਾਉਣਾ। ਟੀਵੀ ਵੀ ਮੇਰੇ ਵਾਲਾ ਹੀ ਵੇਖਦੇ ਨੇ ਸਾਰੇ ਇਕੱਠੇ ਬੈਠ ਕੇ। ਮੈਂ ਬਹੁਤ ਕਰਮਾਂ ਵਾਲੀ ਹਾਂ।
ਭਜਨੋਂ ਗੱਲਾਂ ਕਰਦੀ ਰਹੀ। ਉਹਦਾ ਪਰਿਵਾਰ ਦੀਆਂ ਸਿਫਤਾਂ ਕਰ ਕਰਕੇ ਜੀ ਨਹੀਂ ਸੀ ਭਰ ਰਿਹਾ। ਜੀਤੋ ਤੇ ਪ੍ਰੀਤਮ ਵੀ ਉਸਦੀਆਂ ਗੱਲਾਂ ਸੁਣ ਉਸਦੇ ਕਰਮਾਂ ਨੂੰ ਸਲਾਉਂਦੀਆਂ ਸੀ। ਐਨੇ ਨੂੰ ਬੱਸ ਪੱਖੋਵਾਲ ਰੁਕੀ ਤੇ ਜੀਤੋ ਤੇ ਪ੍ਰੀਤਮ ਨੇ ਭਜਨੋਂ ਤੋਂ ਅਲਵਿਦਾ ਲਈ। ਹੁਣ ਭਜਨੋਂ ਬੱਸ ਵਿੱਚ ਬੈਠੀ ਆਪਣੇ ਪਰਿਵਾਰ ਬਾਰੇ ਸੋਚਣ ਲੱਗੀ। ਹੁਣ ਉਸਨੂੰ ਘਰ ਪਹੁੰਚਣ ਦੀ ਹੋਰ ਵੀ ਜ਼ਿਆਦਾ ਜਲਦੀ ਸੀ, ਕਿਉਂਕਿ ਹੁਣ ਉਹ ਆਪਣੇ ਬਰਾਬਰ ਕਿਸੇ ਨੂੰ ਨਹੀਂ ਸੀ ਸਮਝ ਰਹੀ। ਬੱਸ ਰੁਕੀ, ਉਹ ਕਾਹਲੀ ਕਦਮ ਪੁੱਟਦੀ ਹੋਈ ਘਰ ਨੂੰ ਪਹੁੰਚ ਗਈ। ਘਰ ਦਾ ਬੂਹਾ ਖੁੱਲ੍ਹਾ ਸੀ। ਜਿਉਂ ਹੀ ਉਹ ਅੰਦਰ ਗਈ ਤੇ ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸੀ, ਜਿਵੇਂ ਕੋਈ ਮਹਿਮਾਨ ਆਇਆ ਹੋਵੇ। ਭਜਨੋਂ ਇੱਕਦਮ ਉਹਨਾਂ ਦੇ ਸਾਹਮਣੇ ਆ ਕੇ ਉਹਨਾਂ ਨੂੰ ਖੁਸ਼ ਤੇ ਹੈਰਾਨ ਕਰਨਾ ਚਾਹੁੰਦੀ ਸੀ। ਇਸ ਕਰਕੇ ਉਹ ਕਮਰੇ ਦੀ ਕੰਧ ਨਾਲ ਲੱਗ ਕੇ ਖੜੀ ਹੋ ਗਈ ਤੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਕਮਰੇ ਅੰਦਰ ਬੈਠੀਆਂ ਨੋਹਾਂ ਆਪਣੀ ਆਈ ਸਹੇਲੀ ਨਾਲ ਗੱਲ ਕਰ ਰਹੀਆਂ ਸਨ। ਸਹੇਲੀ ਕਹਿ ਰਹੀ ਸੀ ਕਿ ਕਮਾਲ ਹੈ, ਤੁਸੀਂ ਪਤਾ ਨਹੀਂ ਆਪਣੀ ਸੱਸ ਨੂੰ ਕਿਵੇਂ ਕਾਬੂ ਕੀਤਾ ਹੋਇਆ ਹੈ। ਨਾਲੇ ਤਾਂ ਸਾਰੀ ਦਿਹਾੜੀ ਕੰਮ ਕਰਦੀ ਹੈ ਤੇ ਨਾਲੇ ਤੁਹਾਡੇ ਗੋਗੇ ਗਾਉਣੋਂ ਨਹੀਂ ਹਟਦੀ। ਇੱਕ ਸਾਡੇ ਵਾਲੀ ਦੇਖ ਲਓ, ਚੰਦਰੀ ਅਜਿਹੀ ਹੈ ਨਾ ਕਿ ਡੱਕਾ ਦੂਰਾ ਨਹੀਂ ਕਰਦੀ ਤੇ ਉੱਤੋਂ ਜੀਣਾ ਵੀ ਉਹਨੇ ਸਾਡਾ ਹਰਾਮ ਕਰ ਰੱਖਿਆ ਹੈ, ਟਿਕਣ ਹੀ ਨਹੀਂ ਦਿੰਦੀ। ਭਜਨੋਂ ਵੀ ਕੰਧ ਨਾਲ ਕੰਨ ਲਗਾ ਕੇ ਗੱਲ ਸੁਣ ਰਹੀ ਸੀ। ਹੁਣ ਉਸਨੂੰ ਆਪਣੀਆਂ ਨੋਹਾਂ ਵੱਲੋਂ ਦਿੱਤੇ ਜਾਣ ਵਾਲੇ ਜਵਾਬ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਐਨੇ ਨੂੰ ਵੱਡੀ ਨੋਹ ਬੋਲ ਪਈ। ਇਹਦੀ ਵੀ ਇੱਕ ਕਲਾ ਹੁੰਦੀ ਹੈ, ਇਹਨਾਂ ਬੁੱਢੀਆਂ ਨੂੰ ਵੀ ਤਰੀਕੇ ਨਾਲ ਹੀ ਕਾਬੂ ਕਰਨਾ ਪੈਂਦਾ ਹੈ। ਮੈਂ ਤੈਨੂੰ 2-4 ਤਰੀਕੇ ਦੱਸਦੀ ਹਾਂ ਕਾਬੂ ਕਰਨ ਦੇ। ਸਵੇਰੇ ਸਾਥੋਂ ਤਾਂ ਭਾਈ ਉੱਠਿਆ ਨਹੀਂ ਸੀ ਜਾਂਦਾ ਤੇ ਇਹਦੇ ਪੁੱਤ ਸਾਡੀ ਚਾਹ ਲਈ ਜਾਨ ਖਾਂਦੇ ਹੁੰਦੇ ਸੀ। ਫੇਰ ਕੀ ਸੀ, ਆਪਾਂ ਬੁੱਢੀ ਨੂੰ ਪੰਪ ਚਾੜ ਦਿੱਤਾ ਕਿ ਤੇਰੇ ਨਿਆਣੇ ਕਹਿੰਦੇ ਨੇ ਕਿ ਤੇਰੇ ਹੱਥ ਦੀ ਚਾਹ ਪੀ ਕੇ ਸਾਡਾ ਤਾਂ ਸਾਰੀ ਦਿਹਾੜੀ ਬਹੁਤ ਵਧੀਆ ਨਿਕਲਦੀ ਹੈ। ਫੇਰ ਕੀ ਸੀ, ਸਾਡੀ ਬੇਬੇ ਹਵਾ ਵਿੱਚ ਆਈ ਰੋਜ਼ ਸਵੇਰੇ ਉੱਠ ਕੇ ਚਾਹ ਬਣਾਉਣ ਲੱਗ ਪਈ। ਇੰਨਾ ਕਹਿ ਕੇ ਤਿੰਨੇ ਜਾਣੀਆਂ ਉੱਚੀ ਹੱਸਣ ਲੱਗ ਪਈਆਂ ਤੇ ਬਾਹਰ ਖੜੀ ਭਜਨੋਂ ਦਾ ਮਨ ਝੰਜੋੜਿਆ ਗਿਆ ਤੇ ਉਸਦਾ ਜੀ ਉੱਚੀ ਰੋਣ ਨੂੰ ਕਰਨ ਲੱਗਾ। ਐਨੇ ਨੂੰ ਛੋਟੀ ਨੋਹ ਬੋਲ ਪਈ ਕਿ ਅਸੀਂ ਤਾਂ ਸਾਰੀ ਦਿਹਾੜੀ ਸੱਸ ਦੇ ਕਮਰੇ 'ਚ ਬੈਠ ਕੇ ਹੀ ਕੰਮ ਕਰਦੀਆਂ ਹਾਂ। ਖਾਣਾ ਪੀਣਾ ਤੇ ਹੋਰ ਨਿੱਕੇ ਮੋਟੇ ਕੰਮ ਉੱਥੇ ਹੀ ਬੈਠ ਕੇ ਕਰੀਦੇ ਨੇ। ਬੱਚੇ ਵੀ ਉਸੇ ਕਮਰੇ ਵਿੱਚ ਖੇਡਦੇ ਰਹਿੰਦੇ ਨੇ। ਇਸ ਤਰ੍ਹਾਂ ਕਰਨ ਨਾਲ ਸਾਡੇ ਸਾਰੇ ਕਮਰੇ ਸਾਫ਼ ਰਹਿੰਦੇ ਨੇ ਸਿਵਾਏ ਸੱਸ ਦੇ ਕਮਰੇ ਤੋਂ। ਤੇ ਘਰ ਸਾਫ਼ ਸੁਥਰਾ ਕਿਹਨੂੰ ਚੰਗਾ ਨਹੀਂ ਲੱਗਦਾ। ਦੁਨੀਆ ਭਰ ਦਾ ਖਲਾਰਾ ਬੇਬੇ ਦੇ ਕਮਰੇ ਵਿੱਚ ਹੁੰਦਾ ਹੈ ਤੇ ਬੇਬੇ ਇਸ ਭੁਲੇਖੇ ਵਿੱਚ ਹੁੰਦੀ ਹੈ ਕਿ ਕਿੰਨਾ ਪਿਆਰ ਕਰਦੇ ਨੇ ਸਾਰੇ, ਜੋ ਹਰ ਟਾਈਮ ਉਹ ਮੇਰੇ ਕੋਲ ਹੀ ਰਹਿੰਦੇ ਨੇ, ਮੇਰੇ ਤੋਂ 1 ਮਿੰਟ ਵੀ ਦੂਰ ਨਹੀਂ ਹੁੰਦੇ। ਇਹ ਅਲਫਾਜ਼ ਭਜਨੋਂ ਦੀ ਮਮਤਾ ਨੂੰ ਤੀਰ ਬਣ ਕੇ ਚੀਰ ਕੇ ਨਿਕਲ ਗਏ। ਉਹ ਮੂਰਤ ਬਣੀ ਖੜੀ ਰਹੀ ਤੇ ਸੁਣਦੀ ਰਹੀ। ਫਿਰ ਵੱਡੀ ਨੂੰਹ ਬੋਲੀ ਕਿ ਕਿਹੜਾ ਘਰੋਂ ਬਾਹਰ ਜਾ ਕੇ ਸਬਜ਼ੀ ਲੈ ਕੇ ਆਵੇ, ਧੁੱਪ 'ਚ ਧੱਕੇ ਖਾਵੇ, ਸੱਸ ਨੂੰ ਹੀ ਭੇਜ ਦੇਈਦਾ। ਗੱਲ ਨੂੰ ਵੀ ਵਿੱਚੋਂ ਟੋਕਦੀ ਹੋਈ ਹੀ ਸਹੇਲੀ ਬੋਲੀ, ਕਿਵੇਂ, ਪੰਪ ਦੇ ਕੇ? ਇਹ ਕਹਿ ਕੇ ਤਿੰਨੋਂ ਹੀ ਉੱਚੀ ਹੱਸਣ ਲੱਗ ਪਈਆਂ। ਉਹਨਾਂ ਤਿੰਨਾਂ ਦੇ ਹੱਸਣ ਦੀ ਆਵਾਜ਼ ਤੇਜ਼ ਤੇ ਬਹੁਤ ਤੇਜ਼ ਹੁੰਦੀ ਗਈ। ਉਹਨਾਂ ਦੇ ਹਾਸੇ ਦੀ ਆਵਾਜ਼ ਵਿੱਚ ਭਜਨ ਕੌਰ ਦੇ ਦਿਲ ਦੀ ਧੜਕਣ ਦੀ ਆਵਾਜ਼ ਮੱਧਮ ਪੈਣ ਲੱਗ ਗਈ। ਉਹ ਉੱਥੇ ਖੜੀ ਪੱਥਰ ਹੋ ਗਈ ਤੇ ਰੱਬ ਨੂੰ ਕੋਸਣ ਲੱਗੀ ਕਿ ਜ਼ਿੰਦਗੀ ਭਰਮ ਵਿੱਚ ਹੀ ਕੱਟੀ ਜਾ ਰਹੀ ਸੀ। ਹੁਣ ਵੀ ਇਹ ਭਰਮ ਬਣਿਆ ਹੀ ਰਹਿਣ ਦਿੰਦਾ। ਉਸਦਾ ਬੁਰਾ ਵਕਤ ਖੁਸ਼ਕਿਸਮਤੀ ਦਾ ਚੋਲਾ ਪਾ ਕੇ ਆਇਆ ਸੀ। ਉੱਥੇ ਹਾਸਿਆਂ ਦੀ ਆਵਾਜ਼ ਵਿੱਚ ਦਿਲ ਦੀ ਧੜਕਣ ਕਿਤੇ ਖੋ ਗਈ ਅਤੇ ਭਜਨੋਂ ਕਮਰੇ ਦੇ ਦਰਵਾਜ਼ੇ ਅੱਗੇ ਬੇਜਾਨ ਹੋ ਕੇ ਡਿੱਗ ਪਈ ਤੇ ਉੱਥੇ ਪੈਂਦੇ ਹਾਸਿਆਂ ਨੇ ਕਦੋਂ ਚੀਕ ਚਿਹਾੜੇ ਦਾ ਰੂਪ ਲੈ ਲਿਆ, ਪਤਾ ਹੀ ਨਹੀਂ ਲੱਗਿਆ। ਇਹ ਸੀ ਮੇਰੀ ਲਿਖੀ ਹੋਈ ਕਹਾਣੀ ਭਰਮ। ਕਈ ਵਾਰ ਇਨਸਾਨ ਸਾਰੀ ਜ਼ਿੰਦਗੀ ਇੱਕ ਭਰਮ ਦੇ ਸਹਾਰੇ ਕੱਟ ਲੈਂਦਾ ਹੈ। ਕਈ ਵਾਰ ਜ਼ਿੰਦਗੀ ਜਿਉਣ ਲਈ ਕੁਝ ਭਰਮ ਬਣੇ ਰਹਿਣ ਤਾਂ ਚੰਗਾ ਹੈ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਰਦਾਰਨੀ ਪਰਵਿੰਦਰ ਕੌਰ ਅੱਜ ਮੈਂ ਆਪ ਜੀ ਦੇ ਨਾਲ ਆਪਣੀ ਹੀ ਇੱਕ ਲਿਖੀ ਹੋਈ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ
परम। ਭਜਨੋਂ ਇੱਕ ਸੁਲਝੀ ਹੋਈ ਔਰਤ ਬਹੁਤ ਹੀ ਹਿੰਮਤੀ ਸੀ, ਜਿਸਨੇ ਆਪਣੇ ਪਤੀ ਦੇ ਜਾਣ ਮਗਰੋਂ ਆਪਣੇ ਮੁੰਡਿਆਂ ਨੂੰ ਪੜ੍ਹਾ ਲਿਖਾ ਕੇ ਚੰਗੀਆਂ ਨੌਕਰੀਆਂ ਤੇ ਲਗਵਾਇਆ। ਉਹਨਾਂ ਦੇ ਵਿਆਹ ਕੀਤੇ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਨਿਭਾਇਆ। ਅੱਜ ਲੁਧਿਆਣੇ ਆਈ ਸੀ। ਕਾਫੀ ਦਿਨਾਂ ਤੋਂ ਉਸਦੀ ਸਿਹਤ ਖਰਾਬ ਸੀ। ਉਸਦਾ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਦੀ ਧੜਕਣ ਵੱਧ ਜਾਂਦੀ ਸੀ ਤੇ ਨਾਲ ਹੀ ਉਸਨੂੰ ਸ਼ੂਗਰ ਦੀ ਵੀ ਬਿਮਾਰੀ ਸੀ। ਉਹ ਉਹਨਾਂ ਦੋਨਾਂ ਤੋਂ ਹੀ ਬਹੁਤ ਪਰੇਸ਼ਾਨ ਸੀ। ਉਸਨੇ ਜਿਸ ਡਾਕਟਰ ਕੋਲੋਂ ਦਵਾਈ ਲੈਣੀ ਸੀ, ਉਹ ਸ਼ਹਿਰ ਤੋਂ ਬਾਹਰ ਕਿਸੇ ਜ਼ਰੂਰੀ ਕੰਮ ਲਈ ਗਿਆ ਹੋਇਆ ਸੀ। ਉਹ ਘਰ ਵਾਪਸ ਜਾਣ ਲਈ ਬੱਸ ਅੱਡੇ ਤੇ ਖੜੀ ਬੱਸ ਦੀ ਉਡੀਕ ਕਰ ਰਹੀ ਸੀ ਤੇ ਇੰਤਜ਼ਾਰ ਕਰਦੀ ਕਰਦੀ ਨੂੰ ਦੋ ਔਰਤਾਂ ਉਸਦੇ ਕੋਲ ਆਈਆਂ ਤੇ ਆ ਕੇ ਉਸਨੂੰ ਘੁੱਟ ਕੇ ਜੱਫੀ ਪਾ ਲਈ। ਭਜਨੋਂ ਨੂੰ ਦੇਰ ਨਾਲ ਹੀ ਪਛਾਣ ਆਈ। ਉਹ ਉਸਦੇ ਪੇਕੇ ਪਿੰਡ ਰਹਿਣ ਵਾਲੀਆਂ ਉਸਦੀਆਂ ਸਹੇਲੀਆਂ ਜੀਤੋ ਤੇ ਪ੍ਰੀਤਮ ਸਨ। ਕਈ ਸਾਲਾਂ ਮਗਰੋਂ ਮਿਲਣ ਕਰਕੇ ਉਸਨੂੰ ਉਹਨਾਂ ਦੀ ਪਹਿਚਾਣ ਨਹੀਂ ਸੀ ਆਈ।